ਗੁੱਡ ਮਾਰਨਿੰਗ ਸਟੂਡੈਂਟਸ, ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਅੱਜ ਆਪਾਂ ਤੁਹਾਡੀ ਵੰਨਗੀ ਜੋ ਪਾਠ ਪੁਸਤਕ ਹੈ ਉਹਦੀ ਕਹਾਣੀ ਕਰਾਂਗੇ ਅੰਗ ਸੰਗ। ਇਸ ਕਹਾਣੀ ਦੇ ਲੇਖਕ ਹਨ ਵਰਿਆਮ ਸਿੰਘ ਸੰਧੂ। ਇਸ ਕਹਾਣੀ ਵਿੱਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਛੋਟੇ ਕਿਸਾਨ ਪਰਿਵਾਰ ਦੀ ਮਾੜੀ ਹਾਲਤ, ਮਜਬੂਰੀਆਂ, ਨਸ਼ਿਆਂ ਦੀਆਂ ਭੈੜੀਆਂ ਆਦਤਾਂ ਕਾਰਨ ਹੋਰ ਬੁਰੀ ਹੁੰਦੀ ਹਾਲਤ ਨੂੰ ਬਾਖੂਬੀ ਪੇਸ਼ ਕੀਤਾ ਹੈ। ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਇਹ ਕਹਾਣੀ ਪੜ੍ਹਨ ਤੋਂ ਪਹਿਲਾਂ ਆਓ ਆਪਾਂ ਲੇਖਕ ਬਾਰੇ ਪੜ੍ਹ ਲਈਏ। ਕਹਾਣੀਕਾਰ ਵਰਿਆਮ ਸਿੰਘ ਸੰਧੂ ਦਾ ਜਨਮ 10 ਸਤੰਬਰ 1945 ਈਸਵੀ ਨੂੰ ਮਾਤਾ ਸ਼੍ਰੀਮਤੀ ਜੋਗਿੰਦਰ ਕੌਰ ਅਤੇ ਪਿਤਾ ਸ਼੍ਰੀ ਦੀਦਾਰ ਸਿੰਘ ਦੇ ਘਰ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹ ਐਮਫਿਲ ਪੰਜਾਬੀ ਹਨ। ਉਹਨਾਂ ਨੇ ਪੰਜਾਬੀ ਵਿੱਚ ਐਮਫਿਲ ਕੀਤੀ ਹੈ। ਉਹ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪੰਜਾਬੀ ਦੇ ਲੈਕਚਰਰ ਲੱਗੇ ਰਹੇ ਅਤੇ ਉੱਥੋਂ ਹੀ ਸੇਵਾ ਮੁਕਤ ਹੋਏ, ਰਿਟਾਇਰ ਹੋਏ। ਸੰਧੂ ਪੰਜਾਬੀ ਦੇ ਸਿਰਮੌਰ ਕਹਾਣੀਕਾਰਾਂ ਵਿੱਚੋਂ ਹਨ। ਸਿਰਮੌਰ ਮਤਲਬ ਮੁੱਖ ਕਹਾਣੀਕਾਰਾਂ ਵਿੱਚੋਂ ਹਨ। ਉਹਨਾਂ ਨੇ ਪੰਜਾਬੀ ਕਹਾਣੀ ਦੇ ਮੁਹਾਂਦਰੇ ਨੂੰ ਬਦਲ ਕੇ ਰੱਖ ਦਿੱਤਾ। ਮੁਹਾਂਦਰਾ ਰੂਪ ਰੇਖਾ। ਉਹਨਾਂ ਨੇ ਆਪਣੀਆਂ ਕਹਾਣੀਆਂ ਵਿੱਚ ਅਜੋਕੇ ਮਤਲਬ ਅੱਜ ਕੱਲ੍ਹ ਦੇ ਪੇਂਡੂ ਸਮਾਜ ਦੀ ਛੋਟੀ ਕਿਸਾਨੀ ਕਿਰਤੀਆਂ ਅਤੇ ਨਿਮਨ ਵਰਗੀ ਪਾਤਰਾਂ ਦੇ ਦੁਖਾਂਤ ਨੂੰ ਬੜੀ ਡੂੰਘਾਈ ਨਾਲ ਬਿਆਨਿਆ ਹੈ। ਉਹਨਾਂ ਦੇ 4 ਕਹਾਣੀ ਸੰਗ੍ਰਹਿ ਲੋਹੇ ਦੇ ਹੱਥ, ਅੰਗ ਸੰਗ, ਭੱਜੀਆਂ ਬਾਹੀਂ ਅਤੇ ਚੌਥੀ ਕੂਟ ਛਪ ਚੁੱਕੇ ਹਨ। ਚੌਥੀ ਕੂਟ ਕਹਾਣੀ ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਿੱਲੀ ਪੁਰਸਕਾਰ ਪ੍ਰਾਪਤ ਹੋਇਆ। ਵਰਿਆਮ ਸਿੰਘ ਸੰਧੂ ਨੇ ਸਫ਼ਰਨਾਮੇ, ਇੱਕ ਜੀਵਨੀ ਅਤੇ 3 ਆਲੋਚਨਾ ਦੀਆਂ ਪੁਸਤਕਾਂ ਵੀ ਲਿਖੀਆਂ। ਲੰਮੀ ਕਹਾਣੀ ਨੇ ਸੰਧੂ ਨੂੰ ਬੇਹੱਦ ਪ੍ਰਸਿੱਧੀ ਤੇ ਪ੍ਰਵਾਨਗੀ ਹਾਸਲ ਕਰਵਾਈ, ਫੇਮਸ ਕਰ ਦਿੱਤਾ ਉਹਨਾਂ ਨੂੰ। ਹੱਥਲੀ ਪਾਠ ਪੁਸਤਕ ਵਿੱਚ, ਜਿਹੜੀ ਇਹ ਆਪਣੇ ਹੱਥ ਵਿੱਚ ਪਾਠ ਪੁਸਤਕ ਹੈ, ਵੰਨਗੀ ਵਿੱਚ ਵਰਿਆਮ ਸਿੰਘ ਸੰਧੂ ਦੀ ਪ੍ਰਤਿਨਿਧ ਕਹਾਣੀ ਅੰਗ ਸੰਗ ਸ਼ਾਮਲ ਕੀਤੀ ਗਈ ਹੈ। ਆਓ ਆਪਾਂ ਕਹਾਣੀ ਪੜ੍ਹਦੇ ਹਾਂ। ਇਸ ਕਹਾਣੀ ਦਾ ਪਾਤਰ ਹੈ ਅਮਰੀਕ ਸਿੰਘ। ਉਸ ਦਾ ਪਿਓ ਮਰ ਗਿਆ ਸੀ ਤੇ ਉਹ ਕੀ ਸੋਚ ਰਿਹਾ ਹੈ ਪਿਓ ਦੀ ਮੌਤ ਤੋਂ ਬਾਅਦ। ਉਸ ਦੀ ਸੋਚ ਦੁਆਰਾ ਕਹਾਣੀਕਾਰ ਨੇ ਕਿਸਾਨ ਦੀ, ਜਿਹੜੇ ਛੋਟੇ ਕਿਸਾਨ ਹੁੰਦੇ ਨਾ, ਜਿਨ੍ਹਾਂ ਕੋਲ ਘੱਟ ਜ਼ਮੀਨ ਹੁੰਦੀ ਹੈ, ਤਾਂ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ, ਪਰਿਵਾਰ ਵਿੱਚ ਕਿਵੇਂ ਆਰਥਿਕ ਤੰਗੀ ਰਹਿੰਦੀ ਹੈ, ਮਜਬੂਰੀਆਂ ਰਹਿੰਦੀਆਂ ਹੈ। ਫਿਰ ਉਹ ਮਜਬੂਰੀਆਂ ਦੇ ਵਿੱਚ ਨਸ਼ੇ ਕਰਨ ਲੱਗ ਜਾਂਦੇ ਹੈ। ਫਿਰ ਹਾਲਤ ਹੋਰ ਖ਼ਰਾਬ ਹੋ ਜਾਂਦੀ ਹੈ। ਇਸ ਚੀਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ ਸਨ। ਪੰਜਾਬੀ ਸੱਭਿਆਚਾਰ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਮੁੰਡੇ ਨੂੰ, ਉਸਦੇ ਵੱਡੇ ਪੁੱਤਰ ਨੂੰ ਪੱਗ ਦੇ ਦਿੱਤੀ ਜਾਂਦੀ ਹੈ। ਜ਼ਿੰਮੇਵਾਰੀ ਦੀ ਮਤਲਬ ਰਿਸਪੋਂਸੀਬਿਲਿਟੀ, ਉਹਨੂੰ ਇਹ ਅਹਿਸਾਸ ਕਰਵਾ ਦਿੱਤਾ ਜਾਂਦਾ ਕਿ ਹੁਣ ਪਰਿਵਾਰ ਦੀ ਰਿਸਪੋਂਸੀਬਿਲਿਟੀ ਤੇਰੇ ਉੱਤੇ ਹੈ। ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ 'ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਨ ਵਿੱਚ ਤਣੀ ਹੋਈ ਸੀ। ਸਾਰੇ ਹਨੇਰੇ ਵਾਤਾਵਰਨ ਵਿੱਚ, ਮਾਹੌਲ ਵਿੱਚ ਇੱਕ ਚੁੱਪ ਸੀ। ਉਹ ਜੋ ਜਾ ਚੁੱਕਾ ਸੀ ਅਜੇ ਵੀ ਮੁਸਕਰਾਉਂਦਾ, ਹੱਸਦਾ, ਗੁੱਸੇ ਹੁੰਦਾ, ਰੋਂਦਾ, ਮੱਝਾਂ ਚੋਂਦਾ, ਪੱਠੇ ਕੁਤਰਦਾ, ਡੰਗਰ ਖੋਲ੍ਹਦਾ, ਬੰਨ੍ਹਦਾ, ਉਹਨਾਂ ਨੂੰ ਪਾਣੀ ਪਿਆਉਂਦਾ, ਹਲ ਵਾਹੁੰਦਾ, ਜੀਆਂ ਨੂੰ ਵਰਚਾਉਂਦਾ, ਮਾਰਦਾ, ਕੁੱਟਦਾ, ਵੱਖ-ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫਿਲਮ ਵਾਂਗ ਚਿਹਰੇ ਬਦਲ ਰਿਹਾ ਸੀ। ਉਹਨਾਂ ਦਾ ਪਿਓ ਜੋ ਮਰ ਚੁੱਕਾ ਸੀ, ਜੋ ਜਾ ਚੁੱਕਾ ਸੀ, ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਸੀ, ਉਹਨਾਂ ਸਾਰਿਆਂ ਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਹੱਸਦਾ, ਗੁੱਸੇ ਹੁੰਦਾ, ਰੋਂਦਾ, ਮੱਝਾਂ ਦਾ ਦੁੱਧ ਕੱਢਦਾ, ਹਰਾ ਕੁਤਰਦਾ ਅਤੇ ਪਸ਼ੂ ਖੋਲ੍ਹਦਾ, ਬੰਨ੍ਹਦਾ, ਉਹਨਾਂ ਨੂੰ ਪਾਣੀ ਪਿਆਉਂਦਾ,
ਮਤਲਬ ਉਹਨਾਂ ਦੇ ਆਸ-ਪਾਸ ਕੰਮ ਕਰਦਾ ਨਜ਼ਰ ਆ ਰਿਹਾ ਸੀ। ਇੱਕ ਮਨ ਦੇ ਅੰਦਰ ਉਹਨਾਂ ਦੇ ਇੱਕ ਪਿਕਚਰ ਚੱਲ ਰਹੀ ਸੀ ਜਿਹਦੇ ਵਿੱਚ ਉਹ ਨਜ਼ਰ ਆ ਰਿਹਾ ਸੀ ਉਹਨਾਂ ਨੂੰ। ਉਹ ਚੁੱਪ ਬੁੱਲ੍ਹਾਂ ਨਾਲ ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ। ਉਹਨਾਂ ਦੇ ਹੋਂਠ ਬੰਦ ਸਨ, ਪਰ ਉਹ ਉਹਦੇ ਨਾਲ ਜੋ ਗੱਲਾਂ ਕਰਦੇ ਸੀ ਉਹਨਾਂ ਨੂੰ ਰਿਵਾਈਜ਼ ਕਰ ਰਹੇ ਸੀ। ਮਨ ਦੇ ਵਿੱਚ ਵੀ ਕੀ ਗੱਲਾਂ ਕਰਦੇ ਹੁੰਦੇ ਸੀ। ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ, ਉਹ ਕਿਤੇ ਨਹੀਂ ਗਿਆ। ਉਹਨਾਂ ਦੇ ਅੰਗ ਸੰਗ ਸੀ, ਆਸ-ਪਾਸ ਸੀ, ਅੰਗ ਸੰਗ ਆਸ-ਪਾਸ। ਇਸੇ ਘਰ ਵਿੱਚ ਉਹਨਾਂ ਦੇ ਕੋਲ ਹੀ ਪਰੇ ਡੰਗਰਾਂ ਕੋਲ ਸੁੱਤਾ ਹੋਇਆ, ਪਸ਼ੂਆਂ ਕੋਲੇ ਸੁੱਤਾ ਪਿਆ। ਸ਼ਰਾਬ ਵਿੱਚ ਗੁੱਟ ਮਤਲਬ ਸ਼ਰਾਬ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਬੇਹੋਸ਼ ਪਿਆ। ਅਮਰੀਕ ਜੋ ਸਰਕਾਰੀ ਮੁਲਾਜ਼ਮ ਸੀ, ਲੇਟਿਆ ਹੋਇਆ ਕਰਮਚਾਰੀ ਸੀ, ਸਰਕਾਰੀ ਕਰਮਚਾਰੀ ਸੀ, ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ। ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇਂ ਵਾਂਗ ਉਸਦੇ ਨਾਲ ਤੁਰ ਰਹੇ ਸਨ। ਕਾਲੇ ਸਾਏ ਵਾਂਗ ਉਹਦੇ ਨਾਲ ਤੁਰ ਰਹੇ ਸਨ। ਇਹਨਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ। ਵੱਡਾ ਮਹਿਸੂਸ ਕਿਉਂ ਕਰਨ ਲੱਗ ਪਿਆ ਸੀ? ਕਿਉਂਕਿ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ 'ਤੇ ਆ ਗਈ ਸੀ। ਜਿਵੇਂ ਕੂਲੇ ਵੈੜਕੇ ਨੂੰ ਹਲੀ ਜੋ ਦਿੱਤਾ ਹੋਵੇ। ਕੂਲਾ ਵੈੜਕਾ ਮਤਲਬ ਜੋ ਬੱਚਾ ਹੁੰਦਾ ਹੈ ਗਾਂ ਦਾ, ਤੇ ਹਜੇ ਛੋਟਾ ਹੀ ਹੁੰਦਾ ਹੈ, ਤੇ ਉਹਨੂੰ ਹਲੀ ਜੋ ਦਿੱਤਾ ਗਿਆ ਹੋਵੇ, ਹਲ ਦੇ ਵਿੱਚ ਜੋੜ ਦਿੱਤਾ ਗਿਆ ਹੋਵੇ, ਉਹਨੂੰ ਤੋਂ ਹਲ ਚਲਵਾਇਆ ਜਾ ਰਿਹਾ ਹੋਵੇ ਛੋਟੇ ਬੱਚੇ ਤੋਂ। ਉਹ ਆਪਣੇ ਆਪ ਦੀ ਤੁਲਨਾ ਉਸ ਛੋਟੇ ਜਿਹੇ ਬਛੜੇ ਨਾਲ ਕਰ ਰਿਹਾ ਸੀ, ਜਿਹੜਾ ਹਜੇ ਬਿਲਕੁਲ ਛੋਟਾ ਕੂਲਾ ਹੈ, ਮਤਲਬ ਵੱਡਾ ਨਹੀਂ ਹੋਇਆ, ਉਹਦੇ ਹੱਡ ਮਜ਼ਬੂਤ ਨਹੀਂ ਹੋਏ, ਤੇ ਉਹਨੂੰ ਹਲ ਦੇ ਜੋਤਣ ਲਈ ਲਾ ਦਿੱਤਾ ਗਿਆ ਹੋਵੇ। ਉਸਨੂੰ ਤਾਂ ਅਜੇ ਇਸ ਦਾ ਚਿੱਤਾ ਵੀ ਨਹੀਂ ਸੀ, ਚਿੱਤਾ ਯਾਦ ਵੀ ਨਹੀਂ ਸੀ ਕਿ ਉਸਨੂੰ ਤਾਂ ਛੋਟਾ ਭਰਾ ਮਹਿੰਦਰ ਲੈਣ ਗਿਆ ਸੀ, ਤੇ ਉਸ ਤੋਂ ਪਤਾ ਲੱਗਾ ਸੀ ਕਿ ਕਰਤਾਰ ਸਿੰਘ ਨੇ ਖਬਰੇ ਰਾਤੀ ਬਹੁਤ ਨਸ਼ਾ ਪੀ ਲਿਆ ਸੀ, ਜਾਂ ਖਬਰੇ ਵਾਹ ਵੱਜ ਗਈ ਮਤਲਬ ਅਚਾਨਕ ਕੋਈ ਤਕਲੀਫ ਹੋ ਗਈ। ਸਵੇਰੇ ਜਦੋਂ ਚਾਰਾ ਬਣਾ ਕੇ ਡੰਗਰਾਂ ਕੋਲ ਸੁੱਤੇ ਨੂੰ ਅਮਰੀਕ ਦੀ ਮਾਂ ਜਗੀਰ ਕੌਰ, ਅਮਰੀਕ ਦੀ ਮਾਂ ਦਾ ਨਾਮ ਹੈ ਜਗੀਰ ਕੌਰ, ਜਗਾਉਣ ਲਈ ਗਈ ਤਾਂ ਬੇਹੋਸ਼ ਪਿਆ ਸੀ। ਉਸਨੂੰ ਹੋਸ਼ ਨਹੀਂ ਸੀ। ਸਾਹ ਘਰੜ ਕਰਕੇ ਆ ਰਿਹਾ ਸੀ। ਸਾਹ ਵਿੱਚੋਂ ਘੜ ਦੀ ਆਵਾਜ਼ ਆ ਰਹੀ ਸੀ। ਉਸ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ, ਤੇ ਉਸਦੇ ਜਵਾਬ ਦੇਣ ਤੇ ਟੈਕਸੀ ਕਰਕੇ ਉਸਨੂੰ ਸ਼ਹਿਰ ਹਸਪਤਾਲ ਲੈ ਆਂਦਾ। ਦੂਜੇ ਦਿਨ ਮਹਿੰਦਰ, ਅਮਰੀਕ ਦੀ ਮਾਂ ਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਨੂੰ ਕੁਸਮੁਸੇ ਮਤਲਬ ਸ਼ਾਮ ਵੇਲੇ ਵਿੱਚ ਪਿੰਡ ਲੈ ਆਏ ਸਨ। ਵੱਡੀ ਕੁੜੀ ਬੰਸੋ, ਜੋ ਪਿਓ ਦੀ ਬਿਮਾਰੀ ਸੁਣ ਕੇ ਸਹੁਰਿਓਂ ਆ ਗਈ ਸੀ, ਪਿਤਾ ਦੀ ਲਾਸ਼ ਆਈ ਸੁਣ ਕੇ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ 'ਤੇ ਆ ਡਿੱਗੀ। ਸਾਰਾ ਪਰਿਵਾਰ ਧਾਹਾਂ ਮਾਰ ਰਿਹਾ ਸੀ। ਦੋਨਾਂ ਹੱਥਾਂ ਨਾਲ ਹੱਥ ਮਾਰ ਕੇ ਰੋ ਰਿਹਾ ਸੀ। ਲੋਕ ਜੁੜ ਗਏ ਸਨ, ਲੋਕ ਇਕੱਠੇ ਹੋ ਗਏ, ਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ। ਸਵੇਰੇ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ ਸੀ, ਤੇ ਹੋਰ ਰਿਸ਼ਤੇਦਾਰਾਂ ਦੇ ਆਉਣ 'ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ। ਅਮਰੀਕ ਸਿਆਂ, ਫਿਕਰ ਨਾ ਕਰ, ਜੋ ਆਇਆ ਸੋ ਚਲਸੀ, ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਜੋ ਆਇਆ ਹੈ ਉਹ ਜਾਏਗਾ। ਜਗ ਚਲਣੀ ਸਰਾਂ ਹੈ, ਇਹ ਦੁਨੀਆ ਚਲਦੀ ਸਰਾਏ ਵਾਂਗ ਹੈ, ਧਰਮਸ਼ਾਲਾ ਵਾਂਗ ਹੈ, ਜਿੱਥੇ ਲੋਕ ਆਉਂਦੇ ਹੈ ਰਾਤ ਕੱਟਣ ਨੂੰ ਤੇ ਅਗਲੇ ਦਿਨ ਚਲੇ ਜਾਂਦੇ ਹੈ। ਉਹਨੂੰ ਲੈ ਬੈਠੇ ਉਹਦੇ ਵੈਲ, ਉਹ ਐਵੇਂ ਨਹੀਂ ਸੀ ਮਰਦਾ, ਉਹਨੂੰ ਉਹਦੇ ਵੈਲ ਨਸ਼ਾ, ਮਾੜੇ ਕੰਮ, ਉਹਨੂੰ ਲੈ ਡੁੱਬੇ। ਨਹੀਂ ਤਾਂ ਸਾਡੇ ਉਹ ਹੱਥਾਂ 'ਚ ਜੰਮਿਆ ਸੀ, ਮਤਲਬ ਉਹਦੀ ਉਮਰ ਨਹੀਂ ਸੀ ਹਜੇ, ਮਰਿਆਂ ਨਾਲ ਮਰਿਆ ਨਹੀਂ ਜਾਂਦਾ ਹੀਰਿਆ। ਹੁਣ ਤਾਂ ਸਾਰਾ ਟੱਬਰ ਦਾ ਭਾਰ ਸਿਰ 'ਤੇ ਆ, ਸਾਰੀ ਪਰਿਵਾਰ ਦਾ ਜਿਹੜਾ ਹੈ ਰਿਸਪੋਂਸੀਬਿਲਿਟੀ ਤੇਰੇ 'ਤੇ ਹੈ। ਮਰਦ ਬਣ ਕੇ ਜ਼ਿੰਮੇਵਾਰੀ ਸੰਭਾਲ ਬਈ, ਹਿੰਮਤ ਕਰ ਤੇ ਜ਼ਿੰਮੇਵਾਰੀ ਸੰਭਾਲ। ਇਸ ਜ਼ਿੰਮੇਵਾਰੀ ਤੇ ਫਰਜ਼ ਦੇ ਅਹਿਸਾਸ ਨੇ
ਉਸਨੂੰ ਇੱਕ ਤਰ੍ਹਾਂ ਵੱਲ ਪਾ ਲਿਆ ਸੀ। ਜਿਹੜਾ ਇਹ ਜ਼ਿੰਮੇਵਾਰੀ ਸੀ, ਰਿਸਪੋਂਸੀਬਿਲਟੀ ਸੀ ਅਤੇ ਫਰਜ਼ ਸੀ, ਇਹ ਦੋਨਾਂ ਚੀਜ਼ਾਂ ਨੇ ਨਾ ਉਹਨੂੰ ਇੱਕ ਤਰ੍ਹਾਂ ਨਾਲ ਲਪੇਟ ਲਿਆ ਸੀ ਨਾਗ ਵਾਂਗ। ਜਿਵੇਂ ਨਾਗ ਆਪਣੇ ਆਪ ਵਿੱਚ ਲਪੇਟ ਬੰਦੇ ਨੂੰ ਆਪਣੇ ਵਿੱਚ ਲਪੇਟ ਲੈਂਦਾ ਹੈ, ਉਸ ਤਰ੍ਹਾਂ ਜ਼ਿੰਮੇਵਾਰੀ ਅਤੇ ਫਰਜ਼ ਨੇ, ਜਿਹੜੇ ਦੋ ਚੀਜ਼ਾਂ ਸੀ, ਇਹਨਾਂ ਦੋਨਾਂ ਚੀਜ਼ਾਂ ਨੇ ਅਮਰੀਕ ਸਿੰਘ ਨੂੰ ਆਪਣੇ ਵਿੱਚ ਲਪੇਟ ਲਿਆ ਸੀ। ਇਸ ਨਾਗ ਦਾ ਪਹਿਲਾ ਡੰਗ ਉਸਨੂੰ ਉਦੋਂ ਵੱਜਾ ਜਦੋਂ ਸੁਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਪਿੱਛੋਂ ਆਪਣੇ ਅਮਲੇ ਸਮੇਤ ਜੀਪ 'ਤੇ ਆਇਆ। ਇਹ ਜ਼ਿੰਮੇਵਾਰੀ ਦਾ ਜਿਹੜਾ, ਜਾਂ ਇਹ ਕਹਿ ਲਓ ਕਿ ਨਾਗ ਦਾ ਡੰਗ, ਉਹਨੂੰ ਮਤਲਬ ਇਹ ਚੋਟ ਪਹਿਲੀ ਉਦੋਂ ਲੱਗੀ ਜਦੋਂ ਸੁਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੇ ਮਰਨ ਤੋਂ 8 ਦਿਨਾਂ ਬਾਅਦ ਆਪਣੇ ਕਰਮਚਾਰੀਆਂ ਨਾਲ ਜੀਪ 'ਤੇ ਆਇਆ ਅਤੇ ਅਫਸੋਸ ਕਰਨ ਤੋਂ ਬਾਅਦ ਰਜਿਸਟਰ ਖੋਲ੍ਹ ਕੇ 1650 ਰੁਪਏ ਖਾਦ ਦੇ ਕਰਜ਼ੇ ਵਜੋਂ ਉਹਦੇ ਪਿਓ ਦੇ ਨਾਂ 'ਤੇ ਦੱਸਦਿਆਂ ਕਿਹਾ, ਇਹ ਪੈਸੇ ਉਹਨਾਂ ਨੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਯਕਮੁਸ਼ਤ ਜਮ੍ਹਾਂ ਕਰਾਉਣੇ ਪੈਣੇ ਹੈ। ਉਹਨੇ ਕਰਜ਼ਾ ਲਿਆ ਹੋਇਆ ਸੀ, ਖਾਦ ਲਿੱਤੀ ਹੋਈ ਸੀ ਉਧਾਰੀ, ਅਤੇ ਕਿਹਾ ਕਿ ਹੁਣ ਇਹ ਪੈਸੇ ਉਹਨੇ ਯਕਮੁਸ਼ਤ ਇੱਕ ਕਿਸ਼ਤ ਦੇ ਵਿੱਚ ਜਮ੍ਹਾਂ ਕਰਾਉਣੇ ਪੈਣੇ ਆ ਤੈਨੂੰ ਉਹਦੀ ਮੌਤ ਤੋਂ ਬਾਅਦ। ਅਤੇ ਅਮਰੀਕ ਨੂੰ ਅੱਗੇ ਕੁਛ ਔੜ ਨਹੀਂ ਸੀ ਹੋ ਰਿਹਾ, ਉਹਨੂੰ ਕੁਛ ਸਮਝ ਨਹੀਂ ਆ, ਔੜਨਾ ਸਮਝ ਨਾ ਆਉਣਾ। ਕੁਝ ਮੋਹਲਤ ਜਾਂ ਰਿਆਇਤ ਮੰਗਣ 'ਤੇ ਵੀ ਕੁਛ ਤਾਂ ਰਿਲੈਕਸੇਸ਼ਨ ਦਿੱਤੀ ਜਾਵੇ, ਅਤੇ ਉਸਨੇ ਕਿਹਾ ਕਿ ਉਹ 2 ਕਿਸ਼ਤਾਂ ਵਿੱਚ ਪੈਸੇ ਚੁੱਕਦੇ ਕਰ ਦੇਵੇ, ਮਤਲਬ 2 ਕਿਸ਼ਤਾਂ ਵਿੱਚ ਨਿਪਟਾ ਦੇਵੇ। ਪਹਿਲੀ ਕਿਸ਼ਤ ਲਈ ਉਹਦੇ ਕੋਲ 15 ਦਿਨਾਂ ਦੀ ਮੋਹਲਤ ਦਿੱਤੀ ਗਈ, ਮਤਲਬ ਕੁਛ ਸਮਾਂ ਦਿੱਤਾ ਗਿਆ। ਉਹ ਰਿਆਇਤ ਵੀ ਉਹ ਮੁਲਾਜ਼ਮ ਹੋਣ ਦੇ ਨਾਤੇ ਕਰ ਰਿਹਾ ਸੀ। ਇਹ ਜਿਹੜੀ ਛੂਟ ਦੇ ਰਿਹਾ ਸੀ ਨਾ ਉਹਨੂੰ, ਰਿਆਇਤ ਛੂਟ ਦੇ ਰਿਹਾ ਸੀ, ਉਹਨੂੰ ਸਰਕਾਰੀ ਕਰਮਚਾਰੀ ਹੋਣ ਦੇ ਕਾਰਨ ਦੇ ਰਿਹਾ ਸੀ। ਛੋਟਾ ਮਹਿੰਦਰ ਤਾਂ ਬਹੁਤਾ ਸਾਊ ਨਹੀਂ ਨਿਕਲਿਆ। ਜਿਹੜਾ ਛੋਟਾ ਪੁੱਤਰ ਸੀ ਨਾ ਮਹਿੰਦਰ, ਉਹ ਸ਼ਰੀਫ ਨਹੀਂ ਸੀ ਜ਼ਿਆਦਾ, ਸਾਊ ਸ਼ਰੀਫ ਨਹੀਂ ਸੀ, ਅਤੇ ਉਸਦੀ ਵਾਹੀ ਵੱਲ ਕੋਈ ਖਾਸ ਧਿਆਨ ਵੀ ਨਹੀਂ ਸੀ, ਅਤੇ ਉਹਦਾ ਖੇਤੀਬਾੜੀ ਵੱਲ ਉਹਦਾ ਕੋਈ ਖਾਸ ਧਿਆਨ ਵੀ ਨਹੀਂ ਸੀ। ਡੰਗਰ ਧੁੱਪੇ ਸੜਦੇ ਰਹਿੰਦੇ ਸਨ, ਜਿਹੜੇ ਪਸ਼ੂ ਸੀ ਧੁੱਪੇ ਸੜਦੇ ਰਹਿੰਦੇ, ਅਤੇ ਉਹ ਕੀ ਕਰਦਾ ਸੀ, ਐਸ਼ ਕਰਦਾ ਸੀ। ਹਜ਼ਾਰੀ ਟੁੰਡੇ ਦੇ ਕੋਠੇ 'ਤੇ ਉੱਡਦੇ ਕਬੂਤਰਾਂ ਨੂੰ ਅਸਮਾਨ 'ਤੇ ਨਜ਼ਰਾਂ ਗੱਡੀ ਵੇਖਦਾ ਰਹਿੰਦਾ ਸੀ, ਮਤਲਬ ਫਾਲਤੂ ਕੰਮ ਕਰਦਾ ਰਹਿੰਦਾ ਸੀ। ਪਿਓ ਨੂੰ ਵੀ ਅੱਗੋਂ ਸਿੱਧਾ ਆਉਂਦਾ ਸੀ, ਪਿਓ ਨੂੰ ਜਵਾਬ ਦਿੰਦਾ ਸੀ। ਉਸ ਤੋਂ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚ ਲੰਘ ਜਾਣ ਦੀ ਬਹੁਤੀ ਆਸ ਨਹੀਂ ਸੀ, ਅਤੇ ਅਮਰੀਕ ਸਿੰਘ ਨੂੰ ਆਪਣੇ ਛੋਟੇ ਭਰਾ ਮਹਿੰਦਰ ਤੋਂ ਕੋਈ ਉਮੀਦ ਨਹੀਂ ਸੀ ਕਿ ਉਹਦੇ ਨਾਲ ਉਹ ਸਹਿਯੋਗ ਕਰੇਗਾ। ਮੋਢੇ ਨਾਲ ਮੋਢਾ ਜੋੜਨਾ ਮਤਲਬ ਸਹਾਰਾ ਦੇਣਾ ਕਸ਼ਟ ਦੇ ਸਮੇਂ, ਸੰਕਟ ਕਸ਼ਟ। ਉਸ ਤੋਂ ਛੋਟੀ ਕੁੜੀ ਅਜੇ 7ਵੀਂ ਵਿੱਚ ਪੜ੍ਹਦੀ ਸੀ, ਅਤੇ ਮਹਿੰਦਰ ਤੋਂ ਛੋਟੀ ਜਿਹੜੀ ਭੈਣ ਸੀ ਉਹ ਅਜੇ 7th ਕਲਾਸ ਵਿੱਚ ਸੀ। ਅਮਰੀਕ ਨੇ ਸੋਚਿਆ ਕਿ ਸ਼ੁਕਰ ਰੱਬ ਦਾ, ਕਰਤਾਰ ਸਿੰਘ 2 ਵੱਡੀਆਂ ਕੁੜੀਆਂ ਹੱਥੀਂ ਵਿਆਹ ਗਿਆ ਸੀ, ਨਹੀਂ ਤਾਂ ਉਸਨੇ ਲੰਮਾ ਹੋਂਕਾ ਭਰਿਆ, ਮਤਲਬ ਉਹਨੇ ਇੱਕ ਲੰਮਾ ਸਾਹ ਲਿੱਤਾ। ਹੋਂਕਾ ਭਰਨਾ, ਠੰਡੇ ਸਾਹ ਲੈਣਾ। ਚੰਗਾ ਸੀ ਜਾਂ ਮਾੜਾ, ਭਾਵੇਂ ਸ਼ਰਾਬ ਪੀਂਦਾ ਸੀ, ਭਾਵੇਂ ਅਫੀਮ ਖਾਂਦਾ ਸੀ, ਅਮਰੀਕ ਨੂੰ ਤਾਂ ਪਿਓ ਦੇ ਜਿਉਂਦਿਆਂ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ। ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖਾਹ ਆਪਣੇ ਵਰਤਣ ਲਈ ਰੱਖ ਕੇ ਅੱਧੀ ਤਨਖਾਹ ਆਪਣੀ ਮਾਂ ਦੇ ਹੱਥ 'ਤੇ ਲਿਆ ਰੱਖਦਾ ਸੀ, ਮਤਲਬ ਉਹਨੂੰ ਕੋਈ ਟੈਨਸ਼ਨ ਨਹੀਂ ਸੀ। ਤਨਖਾਹ ਨਾਲ ਅਤੇ ਮਾੜੀ ਚੰਗੀ ਵਾਹੀ ਨਾਲ ਘਰ ਦਾ ਖਰਚ ਤੋਰੀ ਫਿਰਦੇ ਸਨ। ਅਮਰੀਕ ਨੇ ਕਦੀ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ ਕਿ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ। ਦਰਅਸਲ ਉਹਨੂੰ ਪਿਓ ਦੇ ਸ਼ਰਾਬ ਪੀਣ ਅਤੇ ਅਫੀਮ ਖਾਣ ਨਾਲ ਇੱਕ ਤਰ੍ਹਾਂ ਦੀ ਚਿੜ ਜਿਹੀ ਸੀ। ਜੋ ਮਰਜ਼ੀ ਕਰੋ, ਮੇਰੇ ਵੱਲੋਂ ਉਹਦਾ ਕੁਝ ਇੰਝ ਦਾ ਰਵੱਈਆ ਸੀ, ਮਤਲਬ ਉਹਨੂੰ ਆਪਣੇ ਪਿਓ ਨਾਲ ਇਹ ਚਿੜ ਸੀ ਵੀ ਉਹ ਨਸ਼ੇ ਕਿਉਂ ਕਰਦਾ ਹੈ, ਸ਼ਰਾਬ ਕਿਉਂ ਪੀਂਦਾ ਹੈ। ਜਦੋਂ ਉਹ ਨਹੀਂ ਮੰਨਦਾ ਸੀ ਤਾਂ ਫਿਰ ਉਹਨੇ ਇਹ ਚੀਜ਼ ਐਕਸੈਪਟ ਕਰ ਲਈ ਕਿ ਜੋ ਮਰਜ਼ੀ ਕਰਦੇ ਰਹਿਣ, ਮੇਰੇ ਵੱਲੋਂ ਮੈਂ ਕੋਈ ਦਖਲ ਅੰਦਾਜ਼ੀ ਨਹੀਂ ਕਰਦਾ। ਉਹ ਅੰਦਰੋਂ ਅੰਦਰ ਹੀ ਪਿਓ ਤੋਂ ਦੂਰ ਨਾ ਹੁੰਦਾ, ਖਬਰੇ ਉਹਨੂੰ ਪਿਆਰ ਕਰਦਾ, ਸਮਝਾਉਂਦਾ, ਉਹ ਇਸ ਹੱਦ ਤੱਕ ਨਾ ਵੱਧਦਾ। ਜੇ ਉਹ
ਆਪਣੇ ਪਿਤਾ ਤੋਂ ਦੂਰ ਨਾ ਹੁੰਦਾ ਨਾ ਅੰਦਰੋਂ ਮਨ ਤੋਂ, ਤਾਂ ਸ਼ਾਇਦ ਉਹਨੂੰ ਸਮਝਾਉਂਦਾ ਤਾਂ ਸਮਝ ਜਾਂਦਾ। ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ ਵਿੱਚ ਰੁੜ ਗਿਆ ਸੀ, ਉਹਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲੱਗਾ। ਉਹਨੂੰ ਲੱਗਾ ਕਿ ਸ਼ਾਇਦ ਇਹ ਵੀ ਰੀਜ਼ਨ ਹੈ ਕਿ ਮੇਰਾ ਪਿਓ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀ ਕਿ ਮੈਂ ਉਸ ਤੋਂ ਦੂਰ ਹੋ ਗਿਆ ਸੀ ਮਨ ਤੋਂ, ਅਤੇ ਘਰ 'ਚ ਮੈਂ ਕੋਈ ਦਖਲਅੰਦਾਜ਼ੀ ਨਹੀਂ ਕਰ ਰਿਹਾ ਸੀ, ਕੋਈ ਰਿਸਪੋਂਸੀਬਿਲਿਟੀ ਨਹੀਂ ਲੈ ਰਿਹਾ ਸੀ। ਉਹਦੀਆਂ ਅੱਖਾਂ ਵਿੱਚ ਪਾਣੀ ਤੁਰ ਆਇਆ, ਅੱਖਾਂ 'ਚੋਂ ਉਹਦੇ ਆਂਸੂ ਨਿਕਲ ਆਏ। ਉਸਨੇ ਅੱਖਾਂ ਘੁੱਟ ਕੇ ਮੀਚੀਆਂ, ਫਿਰ ਖੋਲ੍ਹੀਆਂ। ਅੱਖਾਂ ਵਿਚਲੇ ਪਾਣੀ ਕਰਕੇ ਅਸਮਾਨ ਦੇ ਤਾਰੇ ਧੁੰਦਲੇ ਹੋ ਗਏ। ਜਦੋਂ ਆਂਸੂ ਆਏ ਤਾਂ ਉਹਨੂੰ ਅਸਮਾਨ ਦੇ ਤਾਰੇ ਲਾਈਟ ਮਤਲਬ ਧੁੰਦਲੇ ਜਿਹੇ ਦਿਸਣ ਲੱਗ ਪਏ। ਕਈ ਸਾਲਾਂ ਤੋਂ ਪਿਓ ਨਾਲ ਘੁੱਟਿਆ ਰਿਹਾ ਸੀ। ਉਹਨਾਂ ਇੱਕ ਦੂਜੇ ਨਾਲ ਕਦੀ ਘੱਟ ਵੱਧ ਹੀ ਦਿਲ ਦੀ ਗੱਲ ਕੀਤੀ ਸੀ। ਉਹਨਾਂ ਨੇ ਆਪਸ ਵਿੱਚ ਕਦੇ ਦਿਲ ਦੀ ਗੱਲ ਨਹੀਂ ਕੀਤੀ ਸੀ। ਘੱਟ ਵੱਧ ਮਤਲਬ ਕਦੇ ਕਦਾਈ ਹੀ ਘੁੱਟਿਆ ਰਹਿਣਾ, ਖੁੱਲ੍ਹ ਕੇ ਗੱਲ ਨਹੀਂ ਸੀ ਕੀਤੀ। ਉਸਨੂੰ ਕਈ ਅਜਿਹੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ, ਪਿਆਰ ਕਰਦੇ, ਗੱਲਾਂ ਕਰਦੇ ਸਨ। ਉਹ ਵੀ ਤਾਂ ਇੰਝ ਕਰ ਸਕਦਾ ਸੀ, ਪਰ ਉਹ ਕੁਝ ਵੀ ਨਹੀਂ ਸਨ ਕਰ ਸਕੇ, ਅਤੇ ਉਹਦਾ ਪਿਓ ਤੁਰ ਗਿਆ। ਹੁਣ ਉਹਨੂੰ ਮਹਿਸੂਸ ਹੋ ਰਿਹਾ ਹੈ ਕਿ ਕੁਛ ਅਜਿਹੇ ਪਿਓ ਪੁੱਤ ਹੁੰਦੇ ਹਨ ਜਿਹੜੇ ਆਪਸ 'ਚ ਗੱਲਾਂ ਕਰਦੇ ਹੈ, ਦੋਸਤਾਂ ਵਾਂਗ ਰਹਿੰਦੇ ਹੈ, ਪਰ ਉਹਨੇ ਤਾਂ ਕੁਛ ਨਾ ਕੀਤਾ। ਹੁਣ ਉਹਦਾ ਪਿਓ ਤੁਰ ਗਿਆ ਛੋਟੀ ਉਮਰ ਵਿੱਚ ਹੀ। ਅਜੇ ਉਹਦੀ ਉਮਰ ਜ਼ਿਆਦਾ ਨਹੀਂ ਸੀ। 45 ਸਾਲ ਵੀ ਕੋਈ ਉਮਰ ਹੁੰਦੀ ਹੈ, 45 ਈਅਰਸ ਕੋਈ ਉਮਰ ਹੁੰਦੀ ਹੈ। ਉਹਦੇ ਅੰਦਰ ਭਰਵੀਂ ਰੀਝ ਜਾਗੀ, ਇੱਕ ਇੱਛਾ ਜਾਗੀ, ਕਿਤੇ ਉਹਦਾ ਪਿਓ ਜਿਉਂਦਾ ਹੋ ਜਾਵੇ ਤਾਂ ਉਹ ਉਸ ਨਾਲ ਇੰਨਾ ਪਿਆਰ ਕਰੇ ਅਤੇ ਉਹ ਦੂਰ ਬਚਪਨ ਵਿੱਚ ਗੁਆਚ ਗਿਆ। ਬਚਪਨ ਦੀ ਯਾਦ ਆਉਣ ਲੱਗ ਗਈ ਉਹਨੂੰ। ਨਿੱਕੀ ਨਿੱਕੀ ਦਾੜੀ ਵਾਲਾ ਪਿਓ, ਉਹਦੇ ਪਿਓ ਦੀ ਛੋਟੀ ਛੋਟੀ ਦਾੜੀ ਸੀ। ਉਹਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਾਉਣ ਗਿਆ ਤਾਂ ਮਾਸਟਰ ਮੁਲਖ ਰਾਜ ਅਮਰੀਕ ਨੂੰ ਉਹਦੀ ਪਿੱਠ ਥਾਪੜਦਿਆਂ ਕਹਿ ਰਿਹਾ ਸੀ, ਆਹ ਵੇਖ ਤੇਰੇ ਜਿੱਡੇ ਸਾਰੇ ਮੁੰਡੇ, ਉਹ ਵੇਖ ਖੁਸ਼ੀਏ ਦਾ ਮੁੰਡਾ ਤੇਰੇ ਤੋਂ ਵੀ ਛੋਟਾ। ਓਏ ਮੁੰਡਿਓ ਬੱਚਿਆਂ ਨੂੰ ਕਹਿੰਦਾ ਹੈ ਉਹ। ਅਮਰੀਕੇ ਦਾ ਪਿਓ ਵੀ ਮੇਰੇ ਕੋਲ ਪੜ੍ਹਦਾ ਰਿਹਾ। ਅਮਰੀਕ ਸਿੰਘ ਦਾ ਪਿਓ ਕਰਤਾਰ ਵੀ ਮੇਰੇ ਕੋਲ ਪੜ੍ਹਦਾ ਰਿਹਾ। ਅਮਰੀਕ ਸਿੰਘ ਸਰਦਾਰ ਵੀ ਪੜ੍ਹਿਆ ਕਰੂ, ਆ ਜਾ ਪੁੱਤਰਾ ਆ ਜਾ। ਹੁਣ ਅਮਰੀਕ ਜਿਹੜਾ ਸਰਦਾਰ ਹੈ ਉਹ ਵੀ ਮੇਰੇ ਕੋਲੋਂ ਪੜ੍ਹਿਆ ਕਰੂਗਾ। ਅਤੇ ਅਮਰੀਕ ਨੂੰ ਲੱਗਾ ਉਹਦਾ ਪਿਓ ਵਗਦੇ ਦਰਿਆ ਵਾਂਗ ਉਹਨੂੰ ਇਕੱਲਿਆਂ ਛੱਡ ਕੇ ਪਰਲੇ ਬੰਨੇ 'ਤੇ ਖਲੋਤਾ ਹੱਸ ਰਿਹਾ ਸੀ। ਉਹਨੂੰ ਲੱਗ ਰਿਹਾ ਸੀ ਕਿ ਦਰਿਆ ਦੇ ਦੂਜੇ ਪਾਸੇ ਉਹ ਖੜਾ ਹੈ, ਇੱਕ ਕਿਨਾਰੇ 'ਤੇ ਉਹ ਖੜਾ, ਦੂਜੇ ਕਿਨਾਰੇ 'ਤੇ ਖੜਾ ਉਹ ਹੱਸ ਰਿਹਾ ਹੈ। ਕੱਕੀ ਦਾੜੀ ਅਤੇ ਨਿੱਕੀਆਂ ਨਿੱਕੀਆਂ ਮੁੱਛਾਂ ਵਾਲਾ, ਭੂਰੀ ਦਾੜੀ ਵਾਲਾ ਅਤੇ ਛੋਟੀਆਂ ਛੋਟੀਆਂ ਮੁੱਛਾਂ ਵਾਲਾ, ਜਿਸ ਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ, ਜਿਹੜਾ ਅਜੇ ਵੀ ਛਾਲਾਂ ਮਾਰਦਾ ਸੀ ਅਤੇ ਸਾਰਿਆਂ ਤੋਂ ਅੱਗੇ ਡਿੱਗਦਾ ਸੀ ਅਤੇ ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ, ਅਸੀਂ ਤਾਂ ਜੀ ਜੰਤ ਵਾਲੇ ਹੋ ਗਏ ਹਾਂ, ਹੁਣ ਸਾਥੋਂ ਛਾਲਾਂ ਕਿੱਥੇ ਵੱਜਦੀਆਂ ਬੁੱਢਿਆਂ ਬੰਦਿਆਂ ਤੋਂ। ਫਿਰ 6-7 ਸਾਲ ਦੇ ਅਮਰੀਕ ਦੀ ਪਿੱਠ ਥਪਥਪਾ ਕੇ ਕਹਿੰਦਾ, ਤੂੰ ਮਾਰਿਆ ਕਰ ਛਾਲਾਂ ਪੁੱਤਰਾ, ਹੁਣ ਸਾਡੀ ਥਾਂ 'ਤੇ ਬੁੱਢਿਆਂ ਬੰਦਿਆਂ ਦੀ ਹੈ। ਅਤੇ ਕਈ ਸਾਲ ਅਮਰੀਕ ਇਉਂ ਉਡੀਕਦਾ ਰਿਹਾ ਕਿ ਉਹਦਾ ਪਿਓ ਬੁੱਢਾ ਹੋਵੇ, ਉਹਦੀ ਦਾੜੀ ਵਿੱਚ ਧੋਲੇ ਹੋਣ, ਮਤਲਬ ਚਿੱਟੇ ਵਾਲ ਹੋਣ, ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲੋਂ ਉਸਦੇ ਪਿਓ ਬਾਰੇ ਪੁੱਛਦਾ ਤਾਂ ਇਹੋ ਆਖਦਾ, ਉਹ ਤੇਰਾ ਵੱਡਾ ਭਰਾ ਹੈ। ਅਤੇ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ। ਉਹਦਾ ਪਿਓ ਕਿਉਂ ਨਹੀਂ ਲੱਗਦਾ, ਭਰਾ ਕਿਉਂ ਲੱਗਦਾ ਹੈ। ਅਤੇ ਉਹ ਸੋਚਦਾ, ਸਾਰੇ ਪਿਓਆਂ ਨੂੰ ਸਿਆਣੇ ਧੋਲੀ ਦਾੜੀ ਵਾਲੇ ਹੋਣਾ ਚਾਹੀਦਾ ਹੈ, ਸਫੇਦ ਦਾੜੀ ਵਾਲੇ ਹੋਣਾ ਚਾਹੀਦਾ ਹੈ। ਅਤੇ ਛਾਲਾਂ ਮਾਰਦੇ ਅਮਰੀਕ ਦੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ ਕਿ ਪੁੱਤਰਾ ਆਉਂਦੀਆਂ ਗੱਲਾਂ ਤੈਨੂੰ ਗੱਲਾਂ ਆਉਂਦੀਆਂ, ਤੇਰੇ ਸਿੰਘਾਂ 'ਤੇ ਇਹ ਅਜੇ ਮਤਲਬ ਤੇਰੇ ਸਿਰ ਦੇ ਉੱਪਰ ਕੋਈ ਹੈ, ਜਦੋਂ ਸਿਰ 'ਤੇ ਪਈ ਫਿਰ ਵੇਖੀ, ਜਦੋਂ ਤੇਰੇ ਸਿਰ 'ਤੇ ਜ਼ਿੰਮੇਵਾਰੀ ਆ ਜਾਏਗੀ ਨਾ ਫਿਰ ਦੇਖੀ। ਦੇ ਸੀਸਾਂ ਪਿਓ ਦੇ ਸਿਰ ਨੂੰ, ਜਿਹੜਾ ਸਿੰਗਾਪੁਰੋਂ 4 ਪੈਸੇ ਘਲਾਈ ਜਾਂਦਾ, ਤੂੰ ਅਸੀਸਾਂ ਦੇ ਆਪਣੇ ਪਿਤਾ ਨੂੰ, ਜਿਹੜਾ ਸਿੰਗਾਪੁਰ ਤੋਂ ਤੈਨੂੰ 4 ਪੈਸੇ ਘਲਾਈ ਜਾਂਦਾ, ਭੇਜੀ ਰੱਖਦਾ ਤੇਰੇ ਲਈ, ਸਿੰਗਾਪੁਰ ਤੋਂ ਥੋੜ੍ਹੇ ਪੈਸੇ ਭੇਜੀ ਰੱਖਦਾ ਹੈ।
ਤੇ ਉਹ ਸੱਚੀ ਪਿਓ ਦੇ ਸਿਰ ਤੇ ਐਸ਼ ਲੈਂਦਾ ਰਿਹਾ ਸੀ। ਜ਼ਮੀਨ ਹਿੱਸੇ ਦੀ ਠੇਕੇ ਤੇ ਛੱਡਦਾ ਆਪ ਪਿੰਡ ਦੀਆਂ ਢਾਣੀਆਂ ਵਿੱਚ 2 ਘੋੜਾ ਬੋਸਕੀ ਦੀ ਲਿਸ਼ਕਦੀ ਕਮੀਜ਼ ਪਾਈ ਤੇ ਗਾਜਰੀ ਪੱਗ ਬੰਨੀ ਫਿਰਦਾ ਰਹਿੰਦਾ ਸੀ। ਮਤਲਬ ਆਪਣੇ ਸ਼ੌਂਕ ਪੂਰੇ ਕਰਦਾ ਸੀ ਚੰਗੇ ਕੱਪੜੇ ਪਾ ਕੇ। ਉਸਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀ ਸੰਮਾਂ ਵਾਲੀ ਲੰਮੀ ਡਾਂਗ ਹੁੰਦੀ ਸੀ ਜਿਹਨੂੰ ਤੇਲ ਲੱਗਿਆ ਹੁੰਦਾ ਸੀ। ਯਾਰ ਬੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ ਸਨ। ਦੋਸਤ ਉਹਨੂੰ ਪੈਸੇ ਵਾਲਾ ਕਹਿ ਕੇ ਫੁਲਾਈ ਰੱਖਦੇ ਸਨ ਤੇ ਉਹਨਾਂ ਤੋਂ ਖਾਂਦੇ ਪੀਂਦੇ ਰਹਿੰਦੇ ਸਨ। ਅਮਰੀਕ ਨੂੰ ਯਾਦ ਸੀ ਜਦੋਂ ਉਸਦੇ ਪਿਓ ਨੇ ਨਿੱਕੇ ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ। ਉਸਦੇ ਪਿਓ ਨੇ ਨਾ ਛੋਟੇ ਛੋਟੇ ਕਈ ਸ਼ੌਂਕ ਪਾਲ ਰੱਖੇ ਸੀ। ਸ਼ੁਗਲ ਸ਼ੌਂਕ, ਛਾਲਾਂ ਮਾਰਨੀਆਂ, ਕੌਡੀ ਖੇਡਣਾ ਤੇ ਬਿਨਾਂ ਉਸਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ। ਤੇ ਉਹ ਢਾਣੀਆਂ ਬੰਨ੍ਹ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ ਸੀ ਤੇ ਉਹ ਚੰਗੇ ਸ਼ਿਕਾਰੀ ਕੁੱਤਿਆਂ ਨੂੰ ਨਾਲ ਲੈ ਕੇ ਬੰਦੇ ਇਕੱਠੇ ਕਰਕੇ ਸ਼ਿਕਾਰ ਖੇਡਣ ਵੀ ਜਾਂਦਾ ਸੀ। ਬੇਟਾ ਇਹ ਕਹਾਣੀ ਆਪਾਂ ਇੱਥੋਂ ਤੱਕ ਪੜ੍ਹਾਂਗੇ, ਬਾਕੀ ਅਗਲੀ ਕਲਾਸ ਵਿੱਚ।